ਅੱਜ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਦੀ ਅਗਵਾਈ ਹੇਠ ਸਾਬਕਾ ਵਿਧਾਇਕ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਤੇ ਐਸਓਆਈ ਦੇ ਪ੍ਰਧਾਨ ਗੌਰਵਦੀਪ ਵਲਟੋਹਾ ਨੇ 13 ਉਮੀਦਵਾਰਾਂ ਤੇ ਹਜ਼ਾਰਾਂ ਲੋਕਾਂ ਨਾਲ ਮਿਲ ਕੇ ਆਉਣ ਵਾਲੀਆਂ ਚੋਣਾਂ ਲਈ ਰੋਡ ਸ਼ੋਅ ਕੱਢਿਆ। ਪੱਤਰਕਾਰਾਂ ਨਾਲ ਹੋਈ ਗੱਲਬਾਤ ਵਿੱਚ ਮਜੀਠੀਆ ਨੇ ਦੱਸਿਆ ਕਿ ਪਿਛਲੇ ਦਿਨੀ ਨਗਰ ਪੰਚਾਇਤ ਦਫ਼ਤਰ ਭਿੱਖੀਵਿੰਡ ਵਿੱਚ ਕਾਗਜ਼ ਦਾਖਲ ਕਰਾਉਣ ਗਏ ਕਾਂਗਰਸੀਆਂ ਦੀ ਗੁੰਡਾਗਰਦੀ ਦਾ ਨਾਚ ਸਾਹਮਣੇ ਆਇਆ। ਅਕਾਲੀ ਦਲ ਦੇ ਵਰਕਰਾਂ ਤੇ ਹਮਲਾ ਕਰ ਉਨ੍ਹਾਂ ਦੇ ਹੀ 100-150 ਵਿਅਕਤੀਆਂ ਤੇ 307 ਦਾ ਪਰਚਾ ਦਰਜ ਕਰ ਦਿੱਤਾ ਗਿਆ। ਉਨ੍ਹਾਂ ਪੁਲਿਸ ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਡੀਐਸਪੀ ਰਾਜਵੀਰ ਸਿੰਘ ਤੇ ਐਸਐਚਓ ਸਰਬਜੀਤ ਸਿੰਘ ਕਾਂਗਰਸ ਪਾਰਟੀ ਦੀ ਸ਼ਹਿ ਅੰਦਰ ਗੁੰਡਾਗਰਦੀ ਕਰਵਾ ਰਹੇ ਹਨ। ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਕਾਂਗਰਸ ਪਾਰਟੀ ਲੋਕਤੰਤਰ ਦਾ ਘਾਣ ਕਰਨ 'ਚ ਮਰਡਰ ਆਫ ਡੈਮੋਕ੍ਰੇਸੀ ਕਰਨ ਵਾਸਤੇ ਹਰ ਕਦਮ ਪੁੱਟ ਰਹੀ ਹੈ। ਔਰ ਅਫਸੋਸ ਦੀ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਲਾਅ ਐਂਡ ਆਰਡਰ ਦੀ ਚੀਜ਼ ਹੀ ਕੋਈ ਨਹੀਂ ਰਹਿ ਗਈ। ਪਹਿਲਾਂ ਇਹਨਾਂ ਇਲੈਕਸ਼ਨਾਂ ਨੂੰ ਸਾਲ ਭਰ ਡਿਲੇ ਕਰਨਾ ਕਿਉਂਕਿ ਸਰਕਾਰ ਨੇ ਕੰਮ ਹੀ ਕੋਈ ਨਹੀਂ ਕੀਤਾ ਸੀ। ਗੁਟਕਾ ਸਾਹਿਬ ਤੋਂ ਸਹੁੰ ਚੁੱਕ ਕੇ ਹਰ ਵਾਅਦੇ ਤੋਂ ਭੱਜੀ ਸੀ ਔਰ ਅੱਜ ਹਾਲ ਵੇਖ ਲਓ, ਜੇ ਇਲੈਕਸ਼ਨ ਹੋ ਰਹੀ ਹੈ ਕਿੱਥੇ ਫ੍ਰੀ ਐਂਡ ਫੇਅਰ ਇਲੈਕਸ਼ਨ ਨਾਂ ਦੀ ਕੋਈ ਚੀਜ਼ ਰਹਿ ਗਈ। ਜੇ 100 ਬੰਦੇ ਤੇ ਪਰਚਾ ਕਰ ਦਿਓ, ਜਿਸ ਦਿਨ ਨਾਮਜ਼ਦਗੀ ਹੋਵੇ ਅਸਲਾ ਤਾਂ ਜਮ੍ਹਾਂ ਹੋਣਾ ਸੀ, ਸਾਰਾ ਅਸਲਾ ਲੈ ਕੇ ਫਿਰਦੇ ਸੀ ਕਿ ਕਾਗਜ਼ ਖੋਲੋ, ਇਹਨਾਂ ਨੂੰ ਪੇਪਰ ਨਾ ਜਮ੍ਹਾਂ ਕਰਾਉਣ ਦਿਓ। ਹਾਈ ਕੋਰਟ ਦੀ ਇੰਟਰਵੈਂਸ਼ਨ ਤੋਂ ਬਾਅਦ ਇਹ ਕਾਗਜ਼ ਜਮ੍ਹਾਂ ਹੋਏ ਤੇ ਹੈਰਾਨੀ ਦੀ ਗੱਲ 100 ਬੰਦੇ ਤੇ ਪਰਚਾ, 307 ਕੋਈ ਮਾਮੂਲੀ ਪਰਚਾ ਨਹੀਂ ਹੈ, 150 ਬੰਦੇ ਤੇ ਔਰ ਸਾਰੇ ਕੈਂਡੀਡੇਟਾਂ ਦੇ 307 ਦੇ ਦਿੱਤੇ। ਇਹੀ ਕੰਮ ਜਲਾਲਾਬਾਦ ਹੋਇਆ ਜਿੱਥੇ ਐਸਡੀਐਮ ਤੋਂ ਟਾਈਮ ਲਿਆ ਸੀ ਕਾਗਜ਼ ਦਾਖਲ ਕਰਾਉਣ ਦਾ। ਜੇ ਐਸਡੀਐਮ ਦੇ ਦਫ਼ਤਰ 'ਚ ਜਿੱਥੇ ਕਾਗਜ਼ ਦਾਖਲ ਕਰਾਉਣੇ ਉੱਥੇ ਲੋਕ ਸੁਰੱਖਿਅਤ ਨਹੀਂ, ਜਾਂ ਜਿਸ ਦਿਨ ਕਾਗਜ਼ ਦਾਖਲ ਕਰਨੇ ਉਸ ਦਿਨ ਲੋਕ ਸੁਰੱਖਿਅਤ ਨਹੀਂ, ਤੇ ਫਿਰ ਲੋਕਤੰਤਰ ਕਿਵੇਂ ਬਚੂਗਾ। ਇਸ ਲਈ ਅੱਜ ਜਿੰਨੀ ਸੰਗਤ ਵਲਟੋਹਾ ਸਾਹਿਬ ਦੀ ਅਗਵਾਈ ਹੇਠ ਇਕੱਠੇ ਹੋਏ ਆ, ਲੋਕਤੰਤਰ ਨੂੰ ਬਚਾਉਣ ਵਾਸਤੇ ਇਕੱਠੇ ਹੋਏ ਆ, ਮੈਂ ਇਹਨਾਂ ਦਾ ਧੰਨਵਾਦ ਕਰਦਾ, ਇਹਨਾਂ ਨੂੰ ਵਧਾਈ ਦਿੰਦਾ। ਇਸ ਤੋਂ ਇਲਾਵਾ ਮੀਡੀਆ ਸਾਹਿਬ ਕੋਈ ਅਕਾਲੀ ਦਲ ਹੋਰ ਵੱਖਰਾ ਰਾਜਪਾਲ ਸਾਹਿਬ ਨੂੰ ਮਿਲਦਾ ਜਾਂ ਨਹੀਂ, ਅਸੀਂ ਆਲਰੇਡੀ ਗਵਰਨਰ ਸਾਹਿਬ ਨੂੰ ਮਿਲੇ ਆ। ਦੇਖੋ 40% ਸੀਟਾਂ ਤਾਂ ਇਹੋ ਜਿਹੀਆਂ ਜਿੱਥੇ ਸਾਰਿਆਂ ਦੇ ਕਾਗਜ਼ ਉਡਾ ਤੇ ਇਕੱਲਾ ਕਾਂਗਰਸੀ ਬਚਿਆ। ਚੋਣ ਹੋਈ 60% ਸੀਟਾਂ ਤੇ ਰਹੀ ਹੈ। ਲੋਕਤੰਤਰ ਦਾ ਘਾਣ ਹੋ ਗਿਆ ਤੇ ਜਗਪਾਲ ਸੰਧੂ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਪੰਜਾਬ ਦੇ ਲੱਗੇ ਤਾਂ ਸੁੱਤੇ ਪਏ ਆ। ਉਹਦਾ ਕੁੰਭਕਰਨ ਦੀ ਨੀਂਦ ਸੁੱਤੇ, ਉਹਨਾਂ ਨੂੰ ਦਿਸਦਾ ਨਹੀਂ ਕਿ ਲੋਕਾਂ ਦੇ ਕਿੰਨਾ ਧੱਕੇਸ਼ਾਹੀ ਹੋ ਰਹੀ ਹੈ। ਮਗਰ ਇਹਨਾਂ ਬਹਾਦਰ ਵੀਰਾਂ ਨੂੰ ਵਧਾਈ ਹੈ ਕਿ 307 ਦੇ ਪਰਚੇ ਤੋਂ ਬਾਅਦ ਵੀ ਇਹ ਮੈਦਾਨੇ ਜੰਗ 'ਚ ਡਟੇ ਆ। ਭਿੱਖੀਵਿੰਡ ਦੀ ਹੱਕ ਸੱਚ ਦੀ ਲੜਾਈ 'ਚ ਸ਼੍ਰੋਮਣੀ ਅਕਾਲੀ ਦਲ ਆਪ ਦਾ ਮੋਰੀ ਰੋਲ ਅਦਾ ਕਰ ਰਿਹਾ। 14 ਤਰੀਕ ਨੂੰ ਮਜੀਠੀਆ ਸਾਹਿਬ ਇਸ ਤੋਂ ਇਲਾਵਾ ਰਹਿਣ ਵਾਲੇ ਜਿਹੜੀ ਆਏਗੀ ਸੈਂਸਿਟਿਵ ਬੂਥ ਬਣਾਏ ਗਏ ਨੇ ਮਜੀਠੀਆ ਦਾ 14 ਤਰੀਕ ਦੇ। ਦੇਖੋ 14 ਤਰੀਕ ਨੂੰ ਜੇ ਇਹੀ ਥਾਣੇਦਾਰ ਰਾਜਵੀਰ ਸਰਬਜੀਤ ਤੇ ਡੀਐਸਪੀ ਰਾਜਵੀਰ ਦਾ ਹੀ ਰਵੱਈਆ ਰਿਹਾ ਤੇ ਸਪਸ਼ਟ ਹੀ ਹੈ ਕਿ ਬੂਥ ਕੈਪਚਰਿੰਗ 100% ਹੋਊਗੀ ਔਰ ਉਹਦੇ ਲਈ ਸਿੱਧੇ ਜ਼ਿੰਮੇਵਾਰ ਡੀਸੀ ਤਰਨਤਾਰਨ ਤੇ ਐਸਐਸਪੀ ਤਰਨਤਾਰਨ ਹੋਣਗੇ। ਸਿਕਿਉਰਿਟੀ ਮੁਹੱਈਆ ਕਰਾਉਣੀ ਚਾਹੀਦੀ ਹੈ ਉਮੀਦਵਾਰਾਂ ਨੂੰ। ਸਾਡੇ ਵੱਲੋਂ ਅੱਜ ਤੋਂ ਮਹੀਨਾ ਪਹਿਲਾਂ ਪੈਰਾਮਿਲਟਰੀ ਫੋਰਸਿਸ ਦੀ ਡਿਮਾਂਡ ਕੀਤੀ ਗਈ ਸੀ, ਮਗਰ ਅਫਸੋਸ ਨਾਲ ਕਹਿਣਾ ਪੈਂਦਾ, ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਬਹੁਤ ਵੱਡੀ ਕਤਾਈ ਜਗਪਾਲ ਸੰਧੂ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਹੋਈ ਹੈ ਔਰ ਅੱਜ ਕੱਲ ਮੋਗੇ 'ਚ ਵੀ ਇੱਕ ਅਕਾਲੀ ਵਰਕਰ ਦੀ ਡੈਥ ਹੋ ਗਈ। ਜਿਹੜੇ 2 ਵਰਕਰਾਂ ਦੀ ਡਟ ਕੇ ਜਿਹੜੇ ਲੋਕਤੰਤਰ ਦੇ ਖਿਲਾਫ ਲੜ ਰਹੇ ਆ, ਭਾਵੇਂ ਅੱਜ ਉਹਨਾਂ ਨੂੰ ਕੁਰਬਾਨੀ ਦੇਣੀ ਪੈ ਰਹੀ ਹੈ, ਮਗਰ ਲੋਕਤੰਤਰ ਦੀ ਬਹਾਲੀ ਵਾਸਤੇ ਉਹ ਸਾਰੇ ਤਗੜੇ ਹੋ ਕੇ ਲੜ ਰਹੇ। ਮੈਂ ਉਹਨਾਂ ਦਾ ਪਰਿਵਾਰਾਂ ਦੇ ਚਰਨਾਂ 'ਚ ਸੀਸ ਨਵਾ ਕੇ ਉਹਨਾਂ ਦਾ ਧੰਨਵਾਦ ਕਰਦਾ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਬਾਕੀ ਸਾਰੀਆਂ ਪਾਰਟੀਆਂ, ਭਾਵੇਂ ਉਹ ਝਾੜੂ ਵਾਲੇ ਆ ਭਾਵੇਂ ਕੋਈ ਆ, ਸਭ ਕਾਂਗਰਸ ਨਾਲ ਰਲ ਕੇ ਜਾਂ ਉਹਨਾਂ ਦੇ ਡਰ ਤੋਂ ਚੁੱਪ ਕਰਕੇ ਬਹਿ ਗਏ ਆ। ਇੱਕ ਇਕੱਲਾ ਔਪਚਾਰਿਕ ਤੌਰ ਤੇ ਉਹ ਮੈਦਾਨ 'ਚ ਨੇ, ਲੜਾਈ ਕੋਈ ਨਹੀਂ ਲੜ। ਮਜੀਠੀਆ ਸਾਹਿਬ ਕੈਂਡੀਡੇਟਾਂ ਨੂੰ ਹਾਲੇ ਤੱਕ ਜਿਹੜੀ ਸਿਕਿਉਰਿਟੀ ਮੁਹੱਈਆ ਨਹੀਂ ਕਰਵਾ ਕੇ ਦਿੱਤੀ ਗਈ, ਇਹਦੇ ਬਾਰੇ ਕੈਂਡੀਡੇਟਾਂ ਨੂੰ ਹਾਲੇ ਤੱਕ ਜਿਹੜੀ ਸਿਕਿਉਰਿਟੀ ਮੁਹੱਈਆ ਨਹੀਂ ਕਰਵਾ ਕੇ ਦਿੱਤੀ ਗਈ ਪੁਲਿਸ ਵੱਲੋਂ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੰਪੇਨਿੰਗ ਕਰਨ ਜਾਣਗੇ? ਮੈਂ ਉਹ ਬੇਨਤੀ ਕਰ ਰਿਹਾ ਕਿ ਜਦੋਂ ਪੁਲਿਸ ਦਾ ਰਵੱਈਆ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਰਵੱਈਆ ਆਪ ਹੀ ਕੁਐਸਚਨ ਮਾਰਕ ਥੱਲੇ ਆ। ਡੀਸੀ ਦੇ ਆਰਡਰ ਦੀ ਤਾਂ ਸ਼ਰੇਆਮ ਉਲੰਘਣਾ ਹੋ ਰਹੀ ਹੈ। ਵੈਪਨ ਤਾਂ ਜਮ੍ਹਾਂ ਹੋ ਜਾਣੇ ਚਾਹੀਦੇ ਸੀ ਇਲੈਕਸ਼ਨ ਪ੍ਰੋਸੈਸ 'ਚ। ਜਿਨ੍ਹਾਂ ਬੰਦਿਆਂ ਦੇ ਹੱਥ 'ਚ ਵੈਪਨ ਦੇਖੇ ਗਏ ਹਾਲੇ ਤੱਕ ਕਿਉਂ ਨਹੀਂ ਅਰੈਸਟ ਹੋ ਰਹੇ? ਇਸ ਲਈ ਨਹੀਂ ਅਰੈਸਟ ਹੋ ਰਹੇ ਕਿਉਂਕਿ ਕਾਂਗਰਸ ਉਹਨਾਂ ਦੀ ਮਦਦ ਤੇ ਹੈ ਤੇ ਆਲਰੇਡੀ ਇਹ ਤਾਂ ਟੋਟਲ ਕੋਲੈਪਸ ਤੇ ਫੇਲੀਅਰ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਇੱਥੇ ਤਰਨਤਾਰਨ ਜ਼ਿਲ੍ਹੇ 'ਚ। ਮਜੀਠੀਆ ਸਾਹਿਬ ਕਿਹੜੇ ਮੁੱਦੇ ਰਹਿਣ ਵਾਲੇ ਆ ਇਸ ਤੋਂ ਇਲਾਵਾ, ਗੁੰਡਾਗਰਦੀ ਤੋਂ ਇਲਾਵਾ ਇਹਨਾਂ ਚੋਣਾਂ 'ਚ? ਇਹ ਮੁੱਦੇ ਤਾਂ ਜੀ ਸਭ ਤੋਂ ਪਹਿਲਾਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੇ ਨਾਂ ਤੇ ਸਹੁੰ ਚੁੱਕੀ ਸੀ ਘਰ ਨੌਕਰੀ, ਕਿਹਨੂੰ ਮਿਲੀ ਹੈ ਨੌਕਰੀ? ਫਿਰ ਦੂਜਾ ਵਾਅਦਾ ਕੀਤਾ ਸੀ ਕਰਜ਼ਾ ਮਾਫੀ,
90,000 ਕਰੋੜ ਦਾ ਕਰਜ਼ਾ ਚੜ ਗਿਆ, ਕਿਹਦਾ ਮਾਫ ਕੀਤਾ? ਖੁਦਕੁਸ਼ੀ ਤਾਂ ਹਾਲੇ ਨਹੀਂ ਰੁਕੀ। ਉਹਨਾਂ ਪਰਿਵਾਰਾਂ ਨੂੰ, ਖੁਦਕੁਸ਼ੀ ਵਾਲੇ ਪਰਿਵਾਰਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਉਹ ਨਹੀਂ ਦੇ ਰਹੇ। ਮੁਲਾਜ਼ਮਾਂ ਦੇ ਭੱਤੇ ਦੱਬ ਲਏ ਆ। ਅੱਜ 5,000 ਕਰੋੜ ਬਕਾਇਆ ਹੋ ਗਿਆ ਮੁਲਾਜ਼ਮਾਂ ਦਾ। ਨਾ 20 ਦਾ, 19 ਦਾ, 21 ਦਾ, ਕਿਸੇ ਦਾ ਵੀ ਉਹਨਾਂ ਨੇ ਅੱਜ ਤੱਕ TADA ਨਹੀਂ ਰਿਲੀਜ਼ ਕੀਤਾ। ਸ਼ਗਨ, ਪੈਨਸ਼ਨ, ਆਟਾ, ਦਾਲ, ਹਰ ਮੁੱਦਾ ਹੀ ਇੱਕ ਵਾਅਦਾ, ਜਿਹੜਾ ਉਹਨਾਂ ਹਰ ਵਾਅਦੇ ਤੋਂ ਸਰਕਾਰ ਭੱਜੀ, ਉਹ ਸਾਰੇ ਮੁੱਦੇ ਨੇ। ਡਿਵੈਲਪਮੈਂਟ ਮੁੱਦਾ, ਲੋਕਤੰਤਰ ਦੀ ਬਹਾਲੀ ਮੁੱਦਾ। ਧੰਨਵਾਦ ਜੀ। ਮੈਂ ਸਾਰੀ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਲੋਕਤੰਤਰ ਦੀ ਬਹਾਲੀ ਵਾਸਤੇ ਔਰੰਗਜ਼ੇਬ ਦੇ ਇਸ ਡਿਕਟੇਟਰਸ਼ਿਪ, ਧੱਕੇਸ਼ਾਹੀ, ਗੱਦਾਫੀ ਦਾ ਜਿਹੜਾ ਰਾਜ ਇੱਥੇ ਸੁਖਪਾਲ ਭੁੱਲਰ ਨੇ ਕਾਇਮ ਕੀਤਾ, ਜਿਹਦੇ ਖਿਲਾਫ ਸਦਾਮ ਹੁਸੈਨ ਨੂੰ, ਜਿਹੜਾ ਇਸ ਹਲਕੇ ਦਾ ਸਦਾਮ ਹੁਸੈਨ ਬਣਿਆ, ਉਹਨੂੰ ਸਬਕ ਸਿਖਾਉਣ ਵਾਸਤੇ ਅੱਜ ਤੁਸੀਂ ਸਾਰੇ ਆਏ ਹੋ। ਮੈਂ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਧੰਨਵਾਦ ਕਰਦਾ। ਬੜੀ ਕਮਾਲ ਦੀ ਗੱਲ ਹੈ, ਹੈਰਾਨੀ ਦੀ ਗੱਲ ਹੈ ਕਿ ਜਿਸ ਦਿਨ ਕਾਗਜ਼ ਦਾਖਲ ਹੋਣੇ ਸੀ, ਵੈਸੇ ਤਾਂ DC ਸਾਹਿਬ ਦੇ ਆਪ ਦੇ ਆਰਡਰ ਹੈ ਕਿ ਅਸਲਾ ਸਾਰਾ ਜਮ੍ਹਾਂ ਹੋਣਾ ਚਾਹੀਦਾ, ਮਗਰ ਹੈਰਾਨੀ ਦੀ ਗੱਲ ਕਿ SHO ਸਰਬਜੀਤ ਸਿੰਘ, ਉਹਦੀ ਗੱਡੀ ਉੱਥੇ ਖਲੋਤੀ ਔਰ ਨਾਲ DSP ਰਾਜਵੀਰ ਸਿੰਘ ਔਰ ਨਾਲ ਹੀ SHO ਬਲਵਿੰਦਰ ਸਿੰਘ। ਇਹਨਾਂ ਤਿੰਨਾਂ ਚਾਰਾਂ ਦੇ ਰੋਲ ਬਾਰੇ ਬੜਾ ਲੋਕਾਂ ਨੇ ਸਪਸ਼ਟ ਤੌਰ ਤੇ ਜ਼ਿਕਰ ਕੀਤਾ। ਜਦੋਂ DC ਦੇ ਆਰਡਰ ਦੀ ਉਲੰਘਣਾ, DC ਦਾ ਆਰਡਰ ਕੀ ਸੀ ਕਿ ਵੈਪਨ ਜਮ੍ਹਾਂ ਹੋਣੇ ਚਾਹੀਦੇ, ਤੇ ਵੈਪਨ ਉੱਥੇ ਨੰਗਾ ਨਾਚ ਕਿਵੇਂ ਹੋਇਆ? ਆ ਸਾਡੇ ਪ੍ਰਧਾਨ ਸਾਹਿਬ ਨੇ, ਢਿੱਲੋਂ ਸਾਹਿਬ, ਇਹਨਾਂ ਦੇ ਆਪ ਘਰ ਦੇ CCTV ਕੈਮਰੇ 'ਚ ਕੈਦ ਹੋਇਆ ਕਿ ਕਿਵੇਂ ਫਾਇਰਿੰਗ ਸਾਹਮਣੇ ਕੀਤੀ ਗਈ ਆ ਕਾਂਗਰਸੀ ਗੁੰਡਿਆਂ ਵੱਲੋਂ। ਔਰ ਜਿਸ ਦਿਨ ਕਾਗਜ਼ ਦਾਖਲ ਹੋਣੇ ਸੀ, ਹਾਈ ਕੋਰਟ ਦੇ ਆਰਡਰਾਂ ਦੇ ਵੀ ਉਲੰਘਣਾ ਕੀਤੀ ਗਈ। ਇਹ ਠੀਕ ਹੈ, ਇਲੈਕਸ਼ਨ ਲੱਗ ਜਾਣੀ ਹੈ, ਮਗਰ ਹਾਈ ਕੋਰਟ ਅਸੀਂ ਫੇਰ ਜਾਵਾਂਗੇ। ਜਿਹੜੇ ਪੁਲਿਸ ਵਾਲਿਆਂ ਦਾ ਰੋਲ ਗਲਤ ਰਿਹਾ, ਜਿਨ੍ਹਾਂ ਨੇ ਜਾਣ ਬੁੱਝ ਕੇ ਮਾਹੌਲ ਖਰਾਬ ਕਰਾਉਣ ਲਈ ਅਸਲਾ ਜਮ੍ਹਾਂ ਨਹੀਂ ਕਰਾਇਆ, ਜਿਨ੍ਹਾਂ ਨੇ MLA ਦੇ ਇਸ਼ਾਰੇ ਤੇ ਗੁੰਡਾਗਰਦੀ ਕਰਾਈ ਹੈ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਕਿਸੇ ਨੂੰ ਭੁਲੇਖਾ ਹੋਵੇ ਕਿ ਅਸੀਂ ਆਹ ਹਲਕਾ ਛੱਡ ਕੇ ਦੂਜੇ 'ਚ ਲੱਗ ਜਾਾਂਗੇ, ਹੋਣਾ ਨਹੀਂ। ਕਿਉਂਕਿ ਭਿੱਖੀਵਿੰਡ 'ਚ ਇਸ ਤਰੀਕੇ ਦੀ ਗੁੰਡਾਗਰਦੀ ਹੋਈ ਆ, ਜਿਹੜੇ ਸ਼ਬਦਾਂ ਤੋਂ ਵੀ ਮੈਂ ਕਹਿੰਦਾ ਪਰਾਂ ਦੀ ਗੱਲ ਰਹਿ ਗਈ। ਔਰ ਕਮਾਲ ਦੀ ਗੱਲ, ਗੋਲੀ ਚਲਾਉਣ ਵਾਲੇ ਵੀ ਕਾਂਗਰਸੀ, ਤੇ ਗੋਲੀਆਂ ਜਿਨ੍ਹਾਂ ਦੇ ਵੱਜੀਆਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਜਾਂ ਵਰਕਰ। ਤੁਸੀਂ ਆਪ ਹਿਸਾਬ ਲਾ ਲਓ ਇਲੈਕਸ਼ਨ ਹੋਣੀ ਕਿਵੇਂ ਹੈ। ਆ ਮੈਨੂੰ ਦੱਸ ਰਹੇ ਸੀ ਕਿ 100 ਤੋਂ ਨੇੜੇ ਬੰਦਿਆਂ ਤੇ 307 ਦਾ ਪਰਚਾ ਦੇ ਦਿੱਤਾ। ਔਰ ਜਿਹੜੇ ਕੈਂਡੀਡੇਟ ਨੇ 13 ਦੇ 13 ਕੈਂਡੀਡੇਟ, ਜਾਂ ਉਹਨਾਂ ਦੇ ਪੁੱਤਰ ਤੇ, ਜਾਂ ਉਹਨਾਂ ਦੀ ਧੀ ਭੈਣ ਤੇ, ਜਾਂ ਰਿਸ਼ਤੇਦਾਰ ਤੇ 307 ਲਾਤੀ। ਅੱਜ 10 ਤਰੀਕ ਹੋ ਗਈ ਹੈ, ਕੱਲ ਇਹਨਾਂ ਦੀਆਂ ਜ਼ਮਾਨਤਾਂ ਹੋਈਆਂ ਨੇ। ਅੱਜ ਅਸਲ ਇਲੈਕਸ਼ਨ ਅੱਜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵੀਰ ਸ਼ੁਰੂ ਕਰ ਰਹੇ ਆ। ਮਗਰ ਮੈਂ ਤੁਹਾਨੂੰ ਸਾਰੇ ਬਹਾਦਰ ਵੀਰਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ 100 ਸਾਜ਼ਿਸ਼ਾਂ ਤੇ ਕੋਸ਼ਿਸ਼ ਦੇ ਬਾਅਦ ਵੀ ਤੁਹਾਨੂੰ ਕਾਂਗਰਸੀ ਦਬਾ ਨਹੀਂ ਸਕੇ। ਅੱਜ ਗੱਜ ਵੱਜ ਕੇ ਭਿੱਖੀਵਿੰਡ ਚੌਕ ਤੇ ਖਲੋਤੇ ਹੋ। ਕੋਰਟਾਂ ਨੇ ਤੁਹਾਡੀ ਸੁਣਵਾਈ ਕੀਤੀ ਹੈ ਔਰ ਤੁਹਾਨੂੰ ਜ਼ਮਾਨਤ ਦੇ ਕੇ ਅੱਜ ਲੋਕਤੰਤਰ ਨੂੰ ਬਚਾਉਣ ਵਾਸਤੇ ਤੁਹਾਨੂੰ ਜ਼ਿੰਮੇਵਾਰੀ ਦੇ ਕੇ ਭਿੱਖੀਵਿੰਡ 'ਚ ਤੋਰਿਆ। ਮੈਂ ਸਾਰੀ ਸੰਗਤ ਨੂੰ ਇੱਥੇ ਅਪੀਲ ਕਰਦਾ, ਬੇਨਤੀ ਕਰਦਾ ਕਿ ਕਾਂਗਰਸ ਦੀ ਬਕਲਾਹਟ ਤਾਂ ਇਤੋਂ ਹੀ ਸਪਸ਼ਟ, ਜੇ ਇਹਨਾਂ ਦੇ ਕੰਮ ਚੰਗੇ ਸੀ ਤੇ ਕਾਗਜ਼ ਰੱਦ ਕਰਾਉਣ ਦੀ ਲੋੜ ਕੋਈ ਨਹੀਂ ਸੀ। ਜੇ ਕਾਂਗਰਸ ਦੇ ਕੰਮ ਚੰਗੇ ਸੀ ਤਾਂ ਇਲੈਕਸ਼ਨ ਸਾਲ ਡਿਲੇ ਕਰਾਉਣ ਦੀ ਲੋੜ ਕੋਈ ਨਹੀਂ ਸੀ। ਇਹ ਸਾਰੇ ਜਾਣਦੇ ਆ ਕਿ ਘਰ ਘਰ ਨੌਕਰੀ ਦੇ ਵਾਅਦੇ ਤੋਂ ਇਹ ਭੱਜੇ ਆ, ਕਰਜ਼ਾ ਮਾਫੀ ਦੇ ਵਾਅਦੇ ਤੋਂ ਇਹ ਭੱਜੇ ਆ।
2000 ਪੈਨਸ਼ਨ ਦੇਣ ਤੋਂ ਇਹ ਭੱਜੇ ਆ, 51000 ਸ਼ਗਨ ਸਕੀਮ ਦੇ ਚੱਕਾਂ ਤੋਂ ਇਹ ਭੱਜੇ ਆ, ਤੇ ਹਰ ਤਰੀਕੇ ਦੇ ਵਾਅਦੇ ਤੋਂ ਭੱਜੇ, ਇੱਥੋਂ ਤੱਕ ਕਿ ਆਟੇ ਦਾਲ ਨਾਲ ਘਿਓ ਖੰਡ ਦੇਣ ਵਾਲੇ ਵਾਅਦੇ ਤੋਂ ਵੀ ਇਹ ਭੱਜੇ ਆ। ਔਰ ਅੱਜ ਅਸਲੀਅਤ ਦੇ ਹਾਲਾਤ ਨੇ ਕਿ ਡਿਵੈਲਪਮੈਂਟ ਕੋਈ ਨਹੀਂ, ਔਰ ਵੱਡੀ ਗੱਲ ਮਹਿੰਗਾਈ ਦੀ ਮਾਰ। ਅੱਜ ਬਿਜਲੀ ਦੇ ਰੇਟ 9 ਰੁਪਏ ਕਰਦੇ ਆ। ਮੈਨੂੰ ਯਾਦ ਆ ਵਲਟੋਆ ਸਾਹਿਬ ਵੇਲੇ ਤਾਂ ਕੁੰਡੀ ਕਾਂਡੀ ਲੱਗ ਜਾਂਦੀ ਸੀ, ਹੁਣ ਕੋਈ ਲਾ ਕੇ ਵੇਖੇ ਤਾਂ ਸਹੀ। ਪਹਿਲਾਂ ਬੱਜੀ 5 ਰੁਪਏ ਤੋਂ 9 ਰੁਪਏ ਕਰਤੀ। ਲੋੜਵੰਦ ਲੋਕ ਨੇ, ਗਰੀਬ ਲੋਕ ਨੇ, ਮੈਂ ਨਹੀਂ ਕਹਿੰਦਾ ਕੁੰਡੀ ਲਾਓ, ਮਗਰ ਜਿਹੜਾ ਵਿਚਾਰਾ ਜ਼ਿੰਦਗੀ ਮੌਤ ਦੀ ਲੜਾਈ ਮਿਹਨਤ ਕਸ਼ ਬੰਦਾ, ਉਹ ਕਿੱਥੋਂ 9-9 10-10 ਰੁਪਏ ਬਿੱਲ ਦੇ ਦੂਗਾ। ਔਰ ਅੱਜ ਡੀਜ਼ਲ ਪੈਟਰੋਲ ਦੇ ਸਭ ਤੋਂ ਮਹਿੰਗੇ ਦਾਮ ਸਾਰੇ ਦੇਸ਼ 'ਚ ਪੰਜਾਬ 'ਚ ਨੇ। ਕਿਉਂ ਨੇ? ਕਿਉਂਕਿ ਪੰਜਾਬ ਸੂਬਾ 30 ਰੁਪਏ ਪ੍ਰਤੀ ਲੀਟਰ ਪੈਟਰੋਲ ਤੋਂ ਟੈਕਸ ਵਸੂਲਦਾ ਹੈ ਤੇ 21 ਰੁਪਏ ਡੀਜ਼ਲ ਤੋਂ ਪ੍ਰਤੀ ਲੀਟਰ ਟੈਕਸ ਵਸੂਲਦਾ। ਕਹਿਣ ਦਾ ਭਾਵ ਕਿ ਹਰ ਤਰੀਕੇ ਦਾ ਮਹਿੰਗਾਈ ਤੇ ਬੋਝ ਤੁਹਾਡੇ ਤੇ ਪਾਇਆ। ਇਸ ਲਈ ਅੱਜ ਮੌਕਾ ਆਇਆ, ਹਾਥੀ ਲੰਘ ਗਿਆ, ਪੂਛ ਰਹਿ ਗਈ ਆ। ਸਰਕਾਰ ਦੇ 4 ਸਾਲ ਪੂਰੇ ਹੋ ਗਏ ਆ। ਅੱਜ ਸਬਕ ਸਿਖਾਉਣ ਦਾ ਕੰਮ ਕਰੋ ਕਿ ਜਿਨ੍ਹਾਂ ਨੇ ਧੋਖਾ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਤਮਸਤਕ ਹੋ ਕੇ ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲਾ ਕੈਪਟਨ, ਉਹਨੂੰ ਪਤਾ ਲੱਗੇ ਕਿ ਇਹ ਇਲਾਕੇ ਦੇ ਲੋਕ ਬਾਬਾ ਦੀਪ ਸਿੰਘ ਜੀ ਦਾ ਸਤਿਕਾਰ ਕਰਨ ਵਾਲੇ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਤਿਕਾਰ ਕਰਨ ਵਾਲੇ, ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਕਰਨ ਵਾਲੇ ਲੋਕ ਕਾਂਗਰਸ ਦੇ ਝੂਠੇ ਵਾਅਦੇ ਲਾਰੇ ਲਾਉਣ ਵਾਲਿਆਂ ਨੂੰ ਸਬਕ ਸਿਖਾਉਣ ਦਾ ਕੰਮ ਕਰਨਗੇ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਵੱਲੋਂ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ, ਸਾਹਿਬ ਵਿਰਸਾ ਸਿੰਘ ਜੀ ਵਲਟੋਆ ਸਾਹਿਬ ਨੂੰ, ਸਾਹਿਬ ਗੌਰਵ ਸਿੰਘ ਵਲਟੋਆ ਸਾਹਿਬ ਨੂੰ, 13 ਦੇ 13 ਕੈਂਡੀਡੇਟਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ। ਤੁਹਾਨੂੰ ਅੱਜ ਇਹ ਵਾਅਦਾ ਕਰਕੇ ਚੱਲਿਆ ਕਿ ਕਾਨੂੰਨ ਦੇ ਹੱਥ ਬੜੇ ਲੰਮੇ ਆ। ਇਹ ਮਤ ਪੇ ਭੁੱਲ ਜਾਓ ਕਿ ਆ ਸੁਖਪਾਲ ਭੁੱਲਰ, ਰਾਜਵੀਰ ਡੀਐਸਪੀ ਨੂੰ, ਸਰਬਜੀਤ ਐਸਐਚਓ ਨੂੰ, ਇਹਨਾਂ ਨੂੰ ਕਿੱਥੇ ਬਚਾ ਲੂਗਾ। ਸਮਾਂ ਆਊਗਾ ਔਰ ਇਹਨਾਂ ਨੂੰ ਹਿਸਾਬ ਕਿਤਾਬ ਹੋਊਗਾ। ਜਿਹੜੇ ਲੋਕ ਸੰਧੂ ਸਾਹਿਬ ਵੱਲੋਂ, ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਵੱਲੋਂ ਅੱਜ ਜਿੰਨੇ ਵੀ ਤੁਸੀਂ ਇਸ ਗੁੰਡਾ ਰਾਜ ਦੇ ਖਿਲਾਫ ਲੋਕਤੰਤਰ ਦੀ ਬਹਾਲੀ ਵਾਸਤੇ ਮਾਰਚ ਕੱਢਿਆ, ਤੁਹਾਡਾ ਧੰਨਵਾਦ ਕਰਦਾ, ਤੁਹਾਨੂੰ ਵਧਾਈ ਦਿੰਦਾ, ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੌਜੂਦਾ ਹਾਲਾਤਾਂ ਤੇ ਨਜ਼ਰ ਮਾਰੀਏ ਤਾਂ ਇਨਸਾਨ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਿਹਾ ਹੈ। ਇਨਸਾਨ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਤਰ੍ਹਾਂ ਦੇ ਉਪਰਾਲੇ ਵੀ ਕਰਦਾ ਹੈ। ਔਰ ਜਿਵੇਂ ਤੁਹਾਡੇ ਦੁੱਖਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਤੋਂ ਪਹਿਲਾਂ ਫੀਰ ਲੀਫ ਆਇਲ ਤਿਆਰ ਕੀਤਾ ਗਿਆ, ਜਿਸ ਦੁਆਰਾ 125 ਬਿਮਾਰੀਆਂ ਦਾ ਇਲਾਜ ਕੀਤਾ ਗਿਆ, ਤੇ ਹੁਣ ਇੱਕ ਹੋਰ ਪ੍ਰੋਡਕਟ ਤੁਹਾਨੂੰ ਦੁੱਖਾਂ ਤੋਂ ਨਿਜਾਤ ਦਿਵਾਉਣ ਲਈ ਹਾਜ਼ਰ ਹੈ, ਫੀਰ ਲੀਫ ਪਾਵਰ, ਜਿਸ ਦੇ ਨਾਲ ਤਰ੍ਹਾਂ ਦੀਆਂ ਕਮਜ਼ੋਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ, ਜਿਵੇਂ ਮਰਦਾਨਾ ਕਮਜ਼ੋਰੀ, ਅੰਤੜੀਆਂ ਦੀ ਸੋਜਿਸ਼, ਪਿਸ਼ਾਬ ਵਿੱਚ ਜਲਣ, ਦਿਲ ਦੀ ਕਮਜ਼ੋਰੀ, ਖੂਨ ਦੀ ਕਮੀ ਅਤੇ ਦਿਮਾਗ ਨੂੰ ਤੇਜ਼ ਕਰਦਾ ਹੈ। ਅਲੱਗ-ਅਲੱਗ ਲੈਬੋਰਟਰੀਆਂ ਤੋਂ ਆਯੁਰਵੈਦਿਕ ਮਾਹਰਾਂ ਦੁਆਰਾ ਟੈਸਟ ਹੋ ਕੇ ਆਪ ਸਭ ਦੇ ਰੂਬਰੂ ਹੈ, ਔਰ ਜਿਸ ਦੇ ਵਿੱਚ ਕਈ ਤਰ੍ਹਾਂ ਦੀਆਂ ਆਯੁਰਵੈਦਿਕ ਜੜੀਆਂ ਬੂਟੀਆਂ ਅਤੇ ਕਈ ਤਰ੍ਹਾਂ ਦੇ ਭਸਮ ਮਿਲਾ ਕੇ ਤਿਆਰ ਕੀਤਾ ਗਿਆ ਹੈ। ਉਹ ਨੌਜਵਾਨਾਂ ਲਈ ਬੜਾ ਵਰਦਾਨ ਸਿੱਧ ਹੋ ਰਿਹਾ ਹੈ ਜੋ ਨੌਜਵਾਨ ਮਰਦਾਨਾ ਕਮਜ਼ੋਰੀ ਨਾਲ ਜੂਝ ਰਹੇ ਨੇ। ਉਹ ਹੁਣ ਫੀਰ ਲੀਫ ਪਾਵਰ ਦਾ ਇਸਤੇਮਾਲ ਕਰਨ ਤੋਂ ਬਾਅਦ ਦੁਬਾਰਾ ਖੋਈ ਹੋਈ ਮਰਦਾਨਾ ਤਾਕਤ ਨੂੰ ਹਾਸਲ ਕਰ ਸਕਦੇ ਨੇ। ਇਹ ਮੈਡੀਸਨ 100% ਆਯੁਰਵੈਦਿਕ ਹੈ। ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਤੁਸੀਂ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ 94 784 84087।